ਜਿਸ ਤਰ੍ਹਾਂ ਕਿ ਅਸੀਂ ਦੇਖਦੇ ਪਏ ਹਾਂ ਕਿ ਕਿਸਾਨ ਭਰਾ ਆੜਤੀ ਭਰਾ ਸਾਰੇ ਜਿਹੜੇ ਨੇ ਨਾ ਉਹ ਫਟੇ ਪਏ ਨੇ ਇਸ ਟਾਈਮ। ਔਰ ਮਜ਼ੇ ਦੀ ਗੱਲ ਇਹ ਆ ਕਿ ਇਹਨਾਂ ਦੇ ਦੁੱਖ ਦਰਦ ਜਿਹੜੇ ਹੈ ਨੇ ਉਹ ਲਾਹੌਰ ਜਾਂ ਇਸਲਾਮਾਬਾਦ ਬੈਠੇ ਹੋਏ ਸਾਡੇ ਜਿਹੜੇ ਵਜ਼ੀਰ ਆਜ਼ਮ ਵਜ਼ੀਰ ਆਲਾ ਵਜ਼ੀਰ ਨੇ ਉਹਨੂੰ ਵਿਖਾਈ ਨਹੀਂ ਦਿੰਦੇ ਪਏ। ਤੁਸੀਂ ਵੀ ਜਨਾਬ ਇੱਥੇ ਮੰਡੀ ਕੰਮ ਕਰਦੇ ਹੋ ਜੀ? ਅਸੀਂ ਪੱਲੇਦਾਰੀ ਕਰਨੇ ਇੱਥੇ ਜੀ। ਜ਼ਾਹਰੀ ਗੱਲ ਹੈ ਕਿ ਕਿਸਾਨ ਨੂੰ ਚਾਹ ਬਚਾਂਗੇ ਤੁਹਾਨੂੰ ਮਜ਼ਦੂਰੀ ਮਿਲੇਗੀ ਨਾ। ਅਸੀਂ ਇਸ ਮੰਡੀ 'ਚ ਇੰਨੇ ਕੋਈ ਖੁਸ਼ਹਾਲ ਸਨ ਜੀ, ਹੱਦ ਨਾਲੋਂ ਜ਼ਿਆਦਾ। ਇਸ ਵਾਰੀ ਨਾ ਕੋਈ ਜ਼ਿਮੀਂਦਾਰ ਖੁਸ਼ਹਾਲ ਹੈ, ਨਾ ਕੋਈ ਪੱਲੇਦਾਰ ਖੁਸ਼ਹਾਲ ਹੈ, ਨਾ ਕੋਈ ਆੜ੍ਹਤੀਆ ਖੁਸ਼ਹਾਲ ਹੈ, ਕੋਈ ਬੰਦਾ ਖੁਸ਼ਹਾਲ ਨਹੀਂ ਦਾ। ਹਰ ਬੰਦਾ ਤੰਗ ਹੈ, ਰੋਟੀ ਤੋਂ ਵੀ ਤੰਗ ਹੈ। ਤੁਹਾਡੀ ਪੱਲੇਦਾਰੀ ਕੀ ਚੱਲਦੀ ਪਈ ਸੀ? ਸਾਡੀ ਪੱਲੇਦਾਰੀ ਅੱਗੇ ਬੜੀ ਸੀ ਜੀ। ਇਸ ਵਾਰੀ ਅਸੀਂ ਉਹਨਾਂ ਨੂੰ ਅੱਗੇ ਅਸੀਂ 14 ਰੁਪਏ ਲੈਂਦੇ ਪੈਸੇ। ਇਸ ਵਾਰੀ ਅਸੀਂ ਡਰਦੇ ਨਾ ਹੀ ਨਹੀਂ ਲੈਂਦੇ ਵੀ ਜ਼ਿਮੀਂਦਾਰ ਕੋਲ ਕੋਈ ਚੀਜ਼ ਕੋਈ ਨਹੀਂ, ਅਸੀਂ ਕੀ ਕਰਾਂਗੇ? ਆਖਾਂਗੇ ਵੀ ਕੋਈ ਫਾਇਦਾ ਨਹੀਂ। ਹਰ ਗੱਲ ਸੋਚਣੀ ਪੈਂਦੀ ਹੈ ਜੀ, ਕੀ ਕਰੀਏ ਜਾਂ ਕੀ ਨਾ ਕਰੀਏ। ਔਰ ਜ਼ਿਮੀਂਦਾਰ ਗਰੀਬ, ਕਿਸੇ ਦਾ ਟਰੈਕਟਰ ਰੋਕ ਲਿਆ, ਕਿਸੇ ਦਾ ਕੋਈ ਚੀਜ਼ ਰੋਕ ਲਿਆ, ਕਿਸੇ ਦਾ ਉਹਨੇ ਕਹਿੰਦੇ ਜੀ ਆਲੂ ਨਹੀਂ ਅਸੀਂ ਪੱਟਣ ਦਿੰਦੇ, ਠੇਕਾ ਦਿਓ। ਕਿੱਥੋਂ ਦੇਵਣ ਜੀ ਠੇਕਾ? ਇਹ ਤਾਂ ਮਰੀਮ ਨਵਾਜ਼ ਨੂੰ ਸੋਚਣਾ ਚਾਹੀਦਾ ਨਾ। ਕਦੋਂ ਦੀ ਮਰੀਮ ਨਵਾਜ਼ ਆਈ, ਉਹਨੇ ਬੇੜਾ ਗਰਕ ਕਰ ਦਿੱਤਾ ਮੁਲਕ ਦਾ। ਸਹੀ। ਤੁਸੀਂ ਦੱਸੋ ਤੁਸੀਂ ਇੱਥੇ ਕੀ ਹੈਗੇ? ਜੀ ਮੇਰਾ ਜ਼ਿਮੀਂਦਾਰਾ ਵੀ ਹੈ ਅਤੇ ਮੈਂ ਆਪਣਾ ਇੱਥੇ ਆੜਤ ਨਾਲ ਮੁਨਸਲਕ ਵੀ ਹਾਂ, ਅਤੇ ਸਾਰੇ ਦੋਸਤਾਂ ਦਾ ਬੜੇ ਗੌਰ ਅਤੇ ਗੌਰ ਨਾਲ ਗੱਲ ਵੀ ਸੁਣੀ ਹੈ। ਲੇਕਿਨ ਮੈਂ ਇੱਕੋ ਹੀ ਜੁਮਲਾ ਕਹਿਣਾ ਚਾਹਣਾ ਬੜੇ ਅਫਸੋਸ ਨਾਲ ਕਿ ਇਹ ਜਿਹੜਾ ਮਰੀਮ ਨਵਾਜ਼ ਦਾ ਗੱਠ ਜੋੜ ਐਸਟੈਬਲਿਸ਼ਮੈਂਟ ਨਾਲ ਇਹ ਇੰਤਹਾਈ ਨਾਕਸ ਅਤੇ ਨਾਅਹਿਲ ਹੈ। ਇਹਦਾ ਬਹੁਤ ਵਾਰੀ ਤਜਰਬਾ ਅਸੀਂ ਕਰ ਚੁੱਕੇ ਹਾਂ ਆਪਣੀ ਸਿਆਸੀ ਜ਼ਿੰਦਗੀ ਦੇ ਵਿੱਚ। ਇਹ ਸਾਰੇ ਦਾ ਸਾਰਾ ਜਦੋਂ ਵੀ ਆਇਆ ਸੈਟਅਪ ਮੁਲਕ ਦਾ ਨੁਕਸਾਨ ਹੀ ਹੋਇਆ। ਜ਼ਰਾਤ ਅਸੀਂ ਕਿਸਾਨ ਦੀ ਗੱਲ ਕਰਦੇ ਹਾਂ। ਜ਼ਰਾਤ ਤਾਂ ਹੁਣ ਅੰਨਿਆਂ ਨੂੰ ਦਿਸਦੀ ਪਈ ਹੈ ਜਨਾਬ। ਜ਼ਰਾਤ ਦੇ ਪੱਲੇ ਸ਼ੈ ਕੋ ਨਹੀਂ ਰਹਿ ਗਈ। ਜ਼ਰਾਤ ਦੇ ਪੱਲੇ ਮੁਨਸਲਕ ਜਿਤਨੇ ਵੀ ਸ਼ੋਬੇ ਹਨ ਉਹ ਸਾਰੇ ਹੀ ਤਬਾਹ ਹੋ ਗਏ ਨੇ। ਜ਼ਰਾਤ ਜਿਹੜਾ ਵੀ ਜ਼ਿਮੀਂਦਾਰ ਆਉਂਦਾ ਹੈ, ਬਹੁਤ ਵੱਡਾ ਜ਼ਿਮੀਂਦਾਰ ਸਫੈਦ ਪੋਸ਼, ਔਰ ਉਹ ਤੰਗ ਹੈ 100 500 1000 2000 10,000 ਤੋਂ ਵੀ ਤੰਗ ਹੈ। ਅਤੇ ਇਸ ਤੋਂ ਉੱਤੇ ਕੀ ਅਲਮੀਆ ਜਨਮ ਲਵੇਗਾ? ਇਹ ਬਦਅਮਨੀ ਪੈਦਾ ਹੋਵੇਗੀ, ਇੰਤਸ਼ਾਰ ਪੈਦਾ ਹੋਵੇਗਾ, ਡਕੈਤੀਆਂ ਚੋਰੀਆਂ ਵਾਰਦਾਤਾਂ ਹੋਣਗੀਆਂ। ਇਹ ਲੋਕ ਜਦੋਂ ਉਹਨਾਂ ਦੇ ਬੱਚੇ ਭੁੱਖੇ ਮਰਨਗੇ, ਉਹਨਾਂ ਨੇ ਸਾਫ਼ ਜ਼ਾਹਿਰ ਹੈ ਕੋਈ ਨਾ ਕੋਈ ਰੋੜਾਂ 'ਤੇ ਆਉਣਗੇ, ਅਤੇ ਇਹ ਨਕਸੇ ਅਮਨ ਦਾ ਖਤਰਾ ਹੋਵੇਗਾ। ਇਸ ਵਾਸਤੇ ਇਹ ਕਿਸਾਨਾਂ ਨਾਲ ਜਿਹੜਾ ਜ਼ੁਲਮ ਹੋ ਰਿਹਾ ਹੈ, ਇਹ ਜ਼ਿਆਦਤੀ ਹੋ ਰਹੀ ਹੈ, ਇਹ ਸਾਰੇ ਦੇ ਸਾਰਾ ਈਮਾਨ ਬਾਲਾ ਦੇ ਇਲਮ ਔਰ ਅਮਲ ਵਿੱਚ ਹੈ। ਉਹਨਾਂ ਦੀ ਵਜ੍ਹਾ ਤੋਂ ਹੋ ਰਹੀ ਹੈ। ਉਹਨਾਂ ਨੂੰ ਅਹਿਸਾਸ ਹੀ ਨਹੀਂ ਕਿ ਕਿਸਾਨ ਨੂੰ ਅਸੀਂ ਕਿਵੇਂ ਲੈ ਤੇ ਚੱਲਣਾ ਹੈ, ਜਾਂ ਕਿਸਾਨ ਵੀ ਕੋਈ ਸਾਡੇ ਪਾਕਿਸਤਾਨ ਦਾ ਇੱਕ ਤਬਕਾ ਹੈ। ਇਹ ਅਹਿਸਾਸ ਹੀ ਨਹੀਂ ਕਿ ਇਹ ਵੀ ਇਨਸਾਨ ਹਨ। ਇਹ ਅਹਿਸਾਸ ਹੀ ਨਹੀਂ ਕਿ ਇਹਨਾਂ ਦੇ ਵੀ ਬੱਚੇ ਹਨ, ਇਹਨਾਂ ਦੀ ਵੀ ਜ਼ਰੂਰੀਆਤ ਜ਼ਿੰਦਗੀ ਹੈ। ਇਹ ਬਿਲਕੁਲ ਅਹਿਸਾਸ ਨਹੀਂ ਹੈ ਉਹਨਾਂ ਨੂੰ। ਇਹ ਉਹਨਾਂ ਦੇ ਵਾਸਤੇ ਇੱਕ ਜਾਨਵਰ ਨੇ, ਔਰ ਇਹਨਾਂ ਨੂੰ ਜਿੱਧਰ ਧਕੇਲਾਂ ਦੇ ਧਕੀਂਦੇ ਜਾਣਦੇ। ਇੱਧਰੋਂ ਸੋਟੀ ਮਾਰਾਂਗੇ ਤਾਂ ਇਹਨੂੰ ਲਈ ਜਾਵਾਂਗੇ, ਇੱਧਰੋਂ ਸੋਟੀ ਮਾਰਾਂਗੇ ਤਾਂ ਇਹਨੂੰ ਲਈ ਜਾਵਾਂਗੇ। ਇਹਨਾਂ ਨੂੰ ਕੋਈ ਇਹ ਖੁਦਾ ਰਮਜ਼ਾਨ ਸ਼ਰੀਫ ਦਾ ਮਹੀਨਾ ਹੈ, ਇਨਸ਼ਾਅੱਲਾ ਅੱਲਾਹ ਤਾਲਾ ਇਹਨਾਂ ਕੋਲੋਂ ਬਿਹਤਰ ਹਿਸਾਬ ਲੈਣ ਵਾਲਾ ਹੈ, ਔਰ ਇਨਸ਼ਾਅੱਲਾ ਲਵੇਗਾ। ਔਰ ਇਹ ਬਿਲਕੁਲ ਆਪਦੀ ਜ਼ਿੰਦਗੀ ਦੇ ਵਿੱਚ ਹੀ ਦੇ ਤੇ ਮਰਨਗੇ, ਔਰ ਇਹ ਸਾਰਾ ਹਿਸਾਬ ਦੇ ਤੇ ਜਾਣਗੇ। ਇਹ ਕੋਈ ਇਨਸਾਨੀਅਤ ਹੈ ਕਿ ਇੱਕ ਤਬਕਾ ਤਾਂ ਯਾਸ਼ੀਆਂ ਕਰ ਰਿਹਾ ਅਤੇ ਦੂਸਰਾ ਮੁਲਕ ਦਾ ਤਬਕਾ ਜਿਹੜਾ ਉਹ ਥੱਲੇ ਰੀਂਗ ਰਿਹਾ, ਉਹਨੂੰ ਰੀਂਗਣ ਵੀ ਨਹੀਂ ਦਿੱਤਾ ਜਾ ਰਿਹਾ। ਕੋਈ ਤੇ ਖੁਦਾ ਦਾ ਖੌਫ ਕਰੋ, ਕੁਛ ਤੇ ਹਯਾ ਕਰੋ, ਕੁਛ ਤੇ ਸ਼ਰਮ ਕਰੋ। ਇਹ ਪਾਕਿਸਤਾਨੀ ਆ, ਸਾਡੇ ਕਾਰਡ ਵੀ ਪਾਕਿਸਤਾਨ ਦੇ ਬਣੇ ਹੋਏ ਨੇ, ਅਸੀਂ ਵੀ ਪਾਕਿਸਤਾਨ ਦੇ ਰਹਿਸ਼ੀ ਹਾਂ, ਸਾਡੇ ਵੀ ਹੱਕ ਹਕੂਕ ਨੇ। ਇਸ ਵਾਸਤੇ ਖੁਦਾ ਇਹਨਾਂ ਨੂੰ ਅਕਲ ਦੇਵੇ, ਫਹਿਮ ਦੇਵੇ। ਲੇਕਿਨ ਇਹਨਾਂ ਦੇ ਅਗਰ ਕੋਈ ਫਹਿਮ ਜਾਂ ਅਕਲ ਹੋਵੇ ਤਾਂ ਬਿਲਕੁਲ ਇਹ ਫਹਿਮ ਅਕਲ ਤੋਂ ਬਾਲਾ ਹੋ ਤੇ ਗੱਲਾਂ ਕਰ ਰਹੇ ਨੇ। ਇਹਨਾਂ ਦਾ ਅਮਲ ਨਾ ਕੋਈ ਮਿਨਿਸਟਰ ਹੈ, ਨਾ ਕੋਈ ਸਿਆਸਤਦਾਨ ਹੈ, ਕੋਈ ਸੈਕਟਰੀ ਹੈ। ਇਹ ਤਬਕਾ ਹੀ ਹੋਰ ਹੈ। ਇਹਨਾਂ ਦਾ ਇਨਸਾਨੀਅਤ ਨਾਲ ਤਾਲੁਕ ਹੀ ਨਹੀਂ। ਕਿਆ ਇਨਸਾਨ ਹੋਣਾ, ਕਿਆ ਕਿਸਾਨ ਹੋਣਾ ਜੁਰਮ ਹੈ? ਅਸੀਂ ਇਸ ਮੁਲਕ ਦੇ ਅੰਦਰ ਕਿਸਾਨ ਹਾਂ ਅਤੇ ਅਸੀਂ ਮੁਜਰਮ ਹਾਂ। ਸਾਨੂੰ ਕਿੱਥੇ ਮਤਲਬ ਸਾਨੂੰ ਫਾਹੇ ਲਾ ਦਿਓ, ਇੱਕੋ ਵਾਰੀ ਜਾਨ ਤਾਂ ਛੱਡੋ। ਅਸੀਂ ਮਰਨ ਵਾਲੇ ਤਾਂ ਬਣੀਏ। ਇਹ ਮੁਲਕ ਨੂੰ ਪਤਾ ਨਹੀਂ ਕਿੱਥੇ ਲੈ ਤੇ ਜਾਣਾ ਚਾਹੁੰਦੇ ਨੇ। ਅੱਲਾਹ ਪਾਕ ਇਹਨਾਂ ਨੂੰ ਫਜ਼ਲ ਤੇ ਕਰਮ ਕਰੇ। ਇਹਨਾਂ 'ਤੇ 11 ਅਰਬ ਦਾ ਅੱਗੇ ਮੀਆਂ ਸਾਹਿਬ ਦੱਸਦੇ ਪਏ ਸਨ ਜਹਾਜ਼ ਖਰੀਦ ਲੈਣਾ ਜ਼ਰੂਰੀ ਸੀ, ਅਤੇ ਕਾਸ਼ਤਕਾਰ ਨੂੰ ਸਬਸਿਡੀ ਨਹੀਂ ਦੇ ਸਕਦੇ, IMF ਰੋਕਦੀ ਹੈ। ਇਹ ਕਿਹੜੀ IMF ਹੈ ਜਿਹੜੀ ਸਿਰਫ ਗਰੀਬਾਂ ਵਾਸਤੇ ਬਣੀ ਹੈ? ਇਹਨਾਂ ਵਡੇਰਿਆਂ ਵਾਸਤੇ ਕੋਈ IMF ਨਹੀਂ, ਇਹਨਾਂ ਦਾ ਵਾਸਤੇ ਕੋਈ ਹਿਸਾਬ ਕਿਤਾਬ ਨਹੀਂ, ਕੋਈ ਇਹਨਾਂ ਵਾਸਤੇ ਨੈਬ ਨਹੀਂ, ਕੋਈ FIA ਨਹੀਂ। ਅਤੇ ਸਾਰੇ ਦਾ ਸਾਰਾ ਆ ਜਾਓ ਜੀ, ਕਿਸਾਨ ਤਬਕੇ ਨੂੰ ਹਰ ਪਾਸੇ ਜ਼ਲੀਲ ਕੀਤਾ ਜਾ ਰਿਹਾ ਹੈ। ਅੱਲਾਹ ਤਾਲਾ ਰਹਿਮ ਕਰੇ, ਅੱਲਾਹ ਤਾਲਾ ਰਹਿਮ ਕਰੇ। ਇਹਨਾਂ ਜ਼ਾਲਮਾਂ ਤੋਂ ਜਿੰਨੀ ਜਲਦੀ ਮੁਮਕਿਨ ਹੋ ਸਕੇ ਸਾਡੀ ਰੱਬ ਜਾਨ ਛਡਾਵੇ। ਬਿਲਕੁਲ ਸਹੀ ਗੱਲ ਹੈ। ਅੱਛਾ, ਤੁਸੀਂ ਪਹਿਲੇ ਗੱਲ ਕਰ ਰਹੇ ਸੀਗੇ, ਹੁਣ ਤਫਸੀਲ ਨਾਲ ਗੱਲ ਕਰਦੇ ਹਾਂ। ਦੇਖੋ ਆਲੂ ਦੀ ਗੱਲ ਸਾਹਮਣੇ ਕਰਤੀ ਨਾ, ਜ਼ਾਹਿਰ ਗੱਲ ਹੈ ਆਲੂ ਨਾਲ ਜੋ ਤਬਾਹੀ ਹੋਣੀ ਸੀ ਹੋ ਗਈ, ਔਰ ਇਹਦਾ ਕੋਈ ਫੌਰੀ ਹੱਲ ਅਜੇ ਨਜ਼ਰ ਵੀ ਨਹੀਂ ਆਉਂਦਾ ਪਿਆ। ਨਾ ਹੁਕੂਮਤ ਨੇ ਸਬਸਿਡੀ ਦੇਣੀ ਹੈ, ਨਾ ਹੁਕੂਮਤ ਨੇ ਤੁਹਾਡੇ ਕੋਲ ਲੈ ਕੇ ਰੱਖਣਾ ਹੈ,
ਕਿਉਂਕਿ ਹਕੂਮਤ ਕੋਲ ਇੰਨੀ ਫੁਰਸਤ ਹੀ ਨਹੀਂ ਹੈ ਕਿ ਉਹ ਕਿਸਾਨ ਦੀ ਗੱਲ ਸੁਣ ਸਕੇ, ਉਹਦਾ ਹਾਲ ਵੇਖ ਸਕੇ। ਲੇਕਿਨ ਅਸੀਂ ਅਗਰ ਮਜਮੂਈ ਤੌਰ ਤੇ ਗੱਲ ਕਰੀਏ ਜ਼ਰਾਅਤ ਤੇ ਕਿਸਾਨ ਦੀ ਪੰਜਾਬ ਦੀ, ਤੇ ਤੁਸੀਂ ਕੀ ਵੇਖਦੇ ਪਏ? ਮਾਸ਼ਾਅੱਲਾ ਤੁਸੀਂ ਉਮਰ ਗੁਜ਼ਾਰਤੀ ਹੈ ਕਿ ਪਿਛਲੇ ਅਗਰ 20-30 ਸਾਲ ਵਰਿਆਂ ਦਾ ਹਿਸਾਬ ਕੱਢੀਏ, ਕੋਈ ਇੱਕ ਹਕੂਮਤ ਐਸੀ ਆਈ ਜਿਹਨੇ ਕਿ ਕਿਸਾਨਾਂ ਨੂੰ ਕੁਝ ਕੀਤਾ? ਜੀ ਹਕੂਮਤ ਆਈ ਹੈ ਜਦੋਂ ਕਾਫ ਲੀਗ ਦੀ ਹਕੂਮਤ ਸੀ, ਮੁਸ਼ਰਫ ਦੀ ਔਰ ਚੌਧਰੀ ਪਰਵੇਜ਼ ਲਾਈ ਦੀ, ਉਦੋਂ ਬਹੁਤ ਜ਼ਿਮੀਂਦਾਰ ਖੁਸ਼ਹਾਲ ਸੀ। ਉਸ ਤੋਂ ਬਾਅਦ ਇਮਰਾਨ ਖਾਨ ਦੀ ਹਕੂਮਤ ਆਈ, ਜ਼ਿਮੀਂਦਾਰ ਬਹੁਤ ਖੁਸ਼ਹਾਲ ਸੀ। ਜਦੋਂ ਇਹ ਨੂਨ ਲੀਗ ਆਈ ਹੈ, ਜਦੋਂ ਵੀ ਨੂਨ ਲੀਗ ਆਈ ਹੈ, ਇਹ ਜ਼ਿਮੀਂਦਾਰਾਂ ਵਾਸਤੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਔਰ ਜ਼ਿਮੀਂਦਾਰਾਂ ਦੇ ਹੁਣ ਇਹ ਹਾਲਾਤ ਨੇ, ਤੁਸੀਂ ਯਕੀਨ ਕਰੋ ਵੀ ਜਿਹੜੇ ਬੰਦੇ ਦੀ ਕੋਈ 200-400 ਕਿੱਲਾ ਜ਼ਮੀਨ ਹੈ ਨਾ, ਤੇ ਬੜੇ ਜ਼ਿਮੀਂਦਾਰ ਉਹਨਾਂ ਨੇ ਆਪਣੇ ਨਾ ਟਰੈਕਟਰ, ਔਜ਼ਾਰ, ਇਹ ਡਿਸਕਾਂ, ਹਲ, ਹਰ ਚੀਜ਼ ਵੇਚ ਦਿੱਤੀ ਉਹਨਾਂ ਨੇ। ਪਹਿਲੇ ਵੇਚ ਤੇ ਠੇਕੇ 'ਤੇ ਜ਼ਮੀਨ ਦਿੱਤੀ ਸੀ। ਹੁਣ ਠੇਕੇਦਾਰ ਨੇ ਜਿਹੜੇ, ਉਹਨਾਂ ਨੂੰ ਹੁਣ ਇਹ ਵੀ ਉਹ ਜ਼ਿਮੀਂਦਾਰ ਕਹਿੰਦਾ ਕਿ ਤੁਸੀਂ ਐਵੇਂ ਕਰੋ, ਮੱਕੀ ਗੱਡ ਲਓ, ਆਲੂ ਇੱਥੇ ਰੱਖ ਦਿਓ, ਵੀ ਮੱਕੀ ਤੇ ਕਬਜ਼ਾ ਕਰ ਲਵਾਂਗੇ। ਹੁਣ ਅਗਰ ਠੇਕੇਦਾਰ ਛੱਡਦਾ ਤਾਂ ਜ਼ਿਮੀਂਦਾਰ ਖੁਦ ਵੀ ਨਹੀਂ ਕਰ ਸਕਦਾ। ਉਹਦੇ ਕੋਲ ਔਜ਼ਾਰ ਕੋਣੀ, ਉਹਦੇ ਕੋਲ ਚੀਜ਼ ਕੋਣੀ, ਉਹਦੇ ਕੋਲ ਕੋਈ ਐਸੀ ਚੀਜ਼ ਹੀ ਕੋਣੀ ਵੀ ਜਿਹਦੇ ਨਾਲ ਉਹ ਕਰ ਲਵੇ ਦਾ, ਨਾ ਹੀ ਉਹਨਾਂ ਦੇ ਹਾਲਾਤ ਨੇ। ਮੇਰਾ ਖਿਆਲ ਹੈ ਸਭ ਤੋਂ ਜ਼ਿਆਦਾ ਜਿਹੜਾ ਮਰਿਆ ਹੈ ਉਹ ਕਣਕ ਦੇ ਵਿੱਚ ਹੀ ਤੇ ਆਲੂ 'ਚ, ਉਹ ਠੇਕੇ ਵਾਲਾ ਕਿਸਾਨ ਮਰਿਆ। ਠੇਕੇਦਾਰ ਮੈਂ ਕਹਿੰਦਾ ਜੀ ਹੁਣ ਐਸੀ ਉਹਦੀ ਵਿਚਾਰੇ ਦੀ ਹਾਲਤ ਹੈ ਵੀ ਉਹ ਫਿਰ ਇਹ ਵੀ, ਬਲਕਿ ਸਾਰੇ ਵੱਡੇ ਜ਼ਿਮੀਂਦਾਰਾਂ ਨੂੰ ਚਾਹੀਏ ਕਿ ਠੇਕੇਦਾਰਾਂ ਦੇ ਨਾਲ ਕੋਈ ਨਾ ਕੋਈ ਰਹਿਤ ਕਰਨ, ਕੋਈ ਸਿਲਾ ਰਹਿਮੀ ਕਰਨ, ਉਹਨਾਂ ਤੇ ਉਹਨਾਂ ਨੂੰ ਠੇਕਾ ਛੱਡ ਦੇਵਣ, ਉਹਨਾਂ ਨੂੰ ਬਿਲਕੁਲ ਯਕੀਨ ਦਿਵਾਉਣ। ਬਲਕਿ ਹੁਣ ਇਸ ਹੱਦ ਤੱਕ ਕਿ ਵੀ ਅਸੀਂ, ਸਾਡੇ ਕੋਲੇ ਇੱਥੇ ਮੁਜਾਹਿਦ ਕਿੱਥੇ ਖੜਾ, ਇੱਥੇ ਵਪਾਰੀ ਇੱਧਰ ਆ ਮੁਜਾਹਿਦ, ਇੱਥੇ ਸਾਡੇ ਕੋਲ ਲਿਆਉਂਦੇ ਨੇ ਬਾਹਰੋਂ ਨਾ, ਉਹ ਕਹਿੰਦੇ ਨੇ ਅਸੀਂ ਪੁੱਛਨੇ ਆ ਵੀ ਜ਼ਿਮੀਂਦਾਰ ਦੇ ਜੇ ਅਸੀਂ ਆਲੂ ਤੁਹਾਡੇ ਕੋਲ ਲਿਆਉਂਦੇ ਆ ਤੇ ਜਾਂ ਜ਼ਿਮੀਂਦਾਰ ਕੋਲ ਅਸੀਂ ਬਾਹਰੋਂ ਆਲੂ ਖਰੀਦਨੇ, ਅਸੀਂ ਪਹਿਲੇ ਪੁੱਛਨੇ ਆ ਕਿ ਠੇਕੇਦਾਰ ਹੈ ਜਾਂ ਮਾਲਕ ਖੁਦ ਹੈ। ਉਹ ਕਹਿੰਦੇ ਨੇ ਠੇਕੇਦਾਰ ਹੈ, ਅਸੀਂ ਕਹਿੰਦੇ ਅਸੀਂ ਨਹੀਂ ਜਾਂਦੇ, ਕਿਉਂਕਿ ਅਗਰ ਅਸੀਂ ਉਹ ਤੋਂ ਭਰ ਲਈਏ, ਅਸੀਂ ਬਾਰਦਾਨਾ ਭੇਜ ਦਈਏ, ਆਪਦਾ ਟਰੈਕਟਰ ਟਰਾਲਾ ਭੇਜ ਦਈਏ, ਤੇ ਜ਼ਿਮੀਂਦਾਰ ਨੇ ਸਾਡਾ ਟਰੈਕਟਰ ਟਰਾਲਾ ਵੀ ਰੋਕ ਲੈਣਾ ਹੈ, ਉੱਥੇ ਸਾਡੇ ਨਾਲ ਉਹ ਸਾਰਾ ਬਾਰਦਾਨਾ ਵੀ ਠੱਪ ਕਰ ਲੈਣਾ, ਔਰ ਜਿਹੜਾ ਬਿਆਨਾ ਦੇਵਾਂਗੇ ਉਹ ਵੀ ਠੱਪ ਕਰ ਲੈਣਾ। ਉਹਨਾਂ ਨੇ ਕਹਿਣਾ ਜੀ ਇਹ ਠੇਕੇ ਦੇ ਵਿੱਚ ਸਾਨੂੰ ਪਹਿਲੇ ਕਟਾਓ ਤੇ ਮੋੜ ਦਿਓ। ਯਾਨੀ ਕਿ ਠੇਕੇਦਾਰ ਕੋਲੇ ਅਸੀਂ ਬਾਹਰੋਂ ਆਲੂ ਖਰੀਦਣ ਵੀ ਨਹੀਂ ਜਾਂਦੇ, ਸਿਰਫ ਜ਼ਿਮੀਂਦਾਰ ਕੋਲੇ ਜਾਂਦੇ ਹਾਂ। ਠੇਕੇਦਾਰ ਨੂੰ ਅਸੀਂ ਵੀ ਜਵਾਬ ਦਿੱਤੀ ਖੜੇ ਹਾਂ ਕਿ ਉਹਨਾਂ ਨਾਲ ਜ਼ਿਆਦਤੀ ਇੰਨੀ ਕੀ ਹੁੰਦੀ ਪਈ ਹੈ। ਇਹ ਦੱਸੋ ਕਿ ਹੁਣ ਅੱਗੇ ਫਿਰ ਕਣਕ ਦਾ ਮੌਸਮ ਆਉਂਦਾ ਪਿਆ, ਗੱਡੀ ਗਈ ਹੈ ਕਣਕ, ਹੁਣ ਤਾਂ ਖਰੀਦਦਾਰੀ ਹੋਣੀ ਹੈ, ਤੇ ਖਰੀਦਦਾਰੀ ਦਾ ਵੀ ਮੈਨੂੰ ਨਹੀਂ ਲੱਗਦਾ ਪਿਆ ਕਿ ਹਕੂਮਤ ਜਿਹੜੀ ਹੈ ਉਹਦਾ ਮਨਸੂਬਾ ਉਸ ਤਰ੍ਹਾਂ ਕਾਮਯਾਬ ਹੋਵੇ। ਐਤਕੀ ਵੀ ਕਿਸਾਨ ਜਿਹੜਾ ਲੱਗਦਾ ਹੈ ਕਿ ਨੁਕਸਾਨ 'ਚ ਰਹੇਗਾ। ਕਣਕ ਦਾ ਹਕੂਮਤ ਨੇ ਐਲਾਨ ਕੀਤਾ ਹੈ 3,500 ਰੁਪਈਆ। ਤੁਹਾਨੂੰ ਕੀ ਲੱਗਦਾ ਪਿਆ ਆਪਣੇ ਤਜਰਬੇ ਦੀ ਬੁਨਿਆਦ ਤੇ ਕਿ ਕਿਸਾਨ ਨੂੰ ਖੇਤ ਦੇ ਵਿੱਚ ਕੀ ਲੱਭੇਗਾ? ਕਿਸਾਨ ਨੂੰ ਖੇਤ ਕੀ ਲੱਭਣਾ ਜੀ? ਕਿਸਾਨ ਕੋਲ ਜਿਹੜਾ ਹਕੂਮਤ ਨੇ ਖਰੀਦਣਾ ਕਿੱਥੇ? ਪਾਸਕੋ ਤਾਂ ਉਹਨਾਂ ਨੇ ਵੈਸੇ ਦੇ ਦਿੱਤਾ, ਪਿੱਛੇ ਇੱਕ ਫੂਡ ਹੈ, ਸਿਰਫ ਅਸੀਂ ਆੜਤੀਆਂ ਨੂੰ ਉਹਨਾਂ ਨੇ ਬਾਰਦਾਨਾ ਦੇਣਾ ਹੈ। ਸਾਡੇ ਕੋਲੇ ਕੋਈ ਟਰਾਲੀ ਕੋਈ ਬਾਰਦਾਨਾ ਨਹੀਂ ਦੇਣਾ। ਇੱਥੇ ਮੈਂ ਤੁਹਾਡੀ ਗਲਤਫਹਿਮੀ ਦੂਰ, ਜਿੰਨੇ ਵੀ ਆੜਤੀ ਭਰਾ ਖੜੇ ਹੋ, ਮੈਂ ਇੱਥੇ ਤੁਹਾਨੂੰ ਇੱਕ ਦੱਸ ਦੇਵਾਂ, ਹਕੂਮਤ ਤੇ ਪੰਜਾਬ ਜਿਹੜੀ ਹੈ ਉਹ ਤੁਹਾਡੇ ਕੋਲ ਮਾਜ਼ੀ ਦੀ ਤਰ੍ਹਾਂ ਪਿੱਛੇ ਹੁੰਦਾ ਸੀ ਨਾ, ਐਂ ਤੁਹਾਡੇ ਕੋਲ ਕਣਕ ਨਹੀਂ ਖਰੀਦੇਗੀ, ਨਾ ਤੁਹਾਨੂੰ ਬਾਰਦਾਨਾ ਦੇਗੀ, ਨਾ ਤੁਹਾਨੂੰ ਪੇਮੈਂਟ ਕਰੇਗੀ। ਜਿਹੜੀ ਨਵੀਂ ਸਕੀਮ ਹੈ ਹਕੂਮਤ ਪੰਜਾਬ ਦੀ, ਉਹ ਇਹ ਹੈ ਕਿ ਹਕੂਮਤ ਪੰਜਾਬ ਨੇ 35 ਕੰਪਨੀਆਂ, ਫਲੋਰ ਮਿਲਾਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਚੁਣਿਆ ਵਾ। ਉਹਨਾਂ ਨੂੰ ਉਹਨੇ ਕਿਹਾ ਕਿ ਤੁਸੀਂ ਕਿਸਾਨਾਂ ਦੇ ਕੋਲੋਂ 25 ਲੱਖ ਟਨ ਗੰਦਮ ਖਰੀਦਣੀ ਹੈ 3,500 ਰੁਪਏ ਤੇ। ਉਹਨਾਂ ਨੂੰ ਫੂਡ ਵਾਲੇ ਨੇ ਆਪਣੇ ਗੋਦਾਮ ਵੀ ਦੇ ਛੱਡੇ ਨੇ ਮੀਆਂ ਸਾਹਿਬ ਕਿ ਤੁਸੀਂ ਬਗੈਰ ਕਿਰਾਏ ਤੋਂ, ਕਿ ਤੁਸੀਂ ਕਿਸਾਨਾਂ ਕੋਲ ਲੈ ਕੇ ਇੱਥੇ ਰੱਖਣੀ ਹੈ, ਸਾਂਭਣੀ ਹੈ। ਔਰ ਜਿਹੜਾ ਉਹਨਾਂ ਨੇ ਕੰਪਨੀਆਂ ਨੇ ਬੈਂਕਾਂ ਤੋਂ ਕਰਜ਼ਾ ਲੈਣਾ ਹੈ, ਉਸ ਕਰਜ਼ੇ ਦੇ ਉੱਤੇ ਵੀ ਉਹਨਾਂ 35 ਕੰਪਨੀਆਂ ਨੂੰ ਥੋੜ੍ਹੀ ਬਹੁਤ ਹਕੂਮਤ ਜਿਹੜੀ ਹੈ ਮਾਰਕਅਪ ਦੇ ਵਿੱਚ ਅਦਾਇਗੀ ਕਰੇਗੀ। ਲੇਕਿਨ ਸੁਣਨ 'ਚ ਮਨਸੂਬਾ ਅੱਛਾ ਲੱਗਦਾ ਹੈ, ਪਰ ਗੱਲ ਇਹ ਆ ਕਿ 25 ਲੱਖ ਟਨ ਖਰੀਦਦਾਰੀ ਦੇ ਨਾਲ ਪੰਜਾਬ ਦੇ ਕਿਸਾਨ ਦਾ ਕੀ ਬਣੇਗਾ? ਫਿਰ ਦੂਸਰੀ ਗੱਲ ਕਿ ਜਿਸ ਬੰਦੇ ਨੂੰ ਕੰਪਨੀ ਨੂੰ ਦਿੱਤਾ ਹੈ, ਹੁਣ ਇਸ ਗੱਲ ਨੂੰ ਕਿੱਦਾਂ ਪੱਕਾ ਕੀਤਾ ਜਾਵੇ ਕਿ ਖੇਤ ਦੇ ਵਿੱਚ, ਕਿਉਂਕਿ ਹਕੂਮਤ ਨੇ ਕਿਹਾ ਜੀ ਉਹ ਜਿਹੜਾ 35 ਕੰਪਨੀਆਂ ਨੇ ਕਿਸਾਨ ਦੇ ਖੇਤ ਦੇ ਵਿੱਚੋਂ 3,500 ਰੁਪਏ ਚੁੱਕਣਗੀਆਂ, ਤੇ ਤੁਹਾਨੂੰ ਲੱਗਦਾ ਕਿ ਚੁੱਕ ਲੈਣਗੀਆਂ? ਨਹੀਂ, ਉਹਨਾਂ ਕੋਲ ਕਿਸ ਚੀਜ਼ ਨਾਲ ਚੁੱਕਣ ਦੇ ਉੱਥੇ ਉਹਨਾਂ ਨੇ ਬਿਲਕੁਲ ਨਹੀਂ ਚੁੱਕਣੀ। ਇਹ ਵੀ ਗੰਦਮ ਵੀ ਰੁਲ ਜਾਣੀ ਹੈ। ਬਲਕਿ ਜਿਹੜੇ ਹਾਲਾਤ ਮੁਲਕੀ ਬਣੇ ਖੜੇ ਨੇ, ਅੱਲਾਹ ਤਾਲਾ ਮੁਲਕ ਤੇ ਵੀ ਰਹਿਮ ਕਰੇ। ਜਿਹੜੀ ਸਾਡੀ ਆਪਸ ਦੇ ਵਿੱਚ ਮੁਸਲਮਾਨਾਂ ਦੀ ਜੰਗ ਲੱਗੀ ਖੜੀ ਹੈ, ਇਹਦੇ ਵਿੱਚ ਮੱਕੀ ਦਾ ਵੀ ਅੱਗੇ ਬਹੁਤ ਸਾਨੂੰ ਨੁਕਸਾਨ ਨਜ਼ਰ ਆ ਰਿਹਾ। ਜਿਹੜਾ ਅਸੀਂ ਆਲੂਆਂ ਤੋਂ ਮੱਕੀ ਜ਼ਿਮੀਂਦਾਰਾਂ ਨੇ ਲਾਣੀ ਹੈ ਨਾ, ਉਹਦੇ ਵਿੱਚ ਵੀ ਸਾਨੂੰ ਬਹੁਤ ਨੁਕਸਾਨ ਨਜ਼ਰ ਪਿਆ ਆਉਂਦਾ ਹੈ। ਬਸ ਅੱਲਾ ਕਰਮ ਕਰੇ। ਮੈਂ ਤਾਂ ਕਹਿੰਦਾ ਵੀ ਹੋ ਸਕਦਾ ਕੋਈ 10-15 ਦਿਨ ਬਾਅਦ ਇਹ ਸਾਰੇ ਕਿਸਾਨ ਜਿੰਨੇ ਵੀ ਨੇ ਸੜਕਾਂ ਤੇ ਕਿਤੇ ਨਾ ਬਾਹਰ ਹੀ ਨਾ ਸਾਰੀ ਆਵਾਮ ਨਿਕਲ ਜਾਵੇ। ਅੱਲਾ ਮਾफ़ ਕਰੇ ਕੋਈ ਐਸਾ ਲੱਗ ਨਾ ਜਾਵੇ, ਕੋਈ ਖਾਨਾ ਜੰਗੀ ਵਾਲੇ ਨਾ ਕੰਮ ਚਲਾ ਜਾਵੇ। ਇਸ ਤਰ੍ਹਾਂ ਮਤਲਬ ਬਰਬਾਦੀ ਔਰ ਹਰ ਜਗ੍ਹਾ ਤੇ ਹੋਈ ਪਈ ਹੈ ਵੀ ਅੱਲਾ ਇਹਨਾਂ ਤੇ ਬਸ ਨਾ ਫਜ਼ਲ ਕਰੇ ਮੁਲਕ ਤੇ, ਹੋਰ ਕੋਈ ਪਿੱਛੇ ਗੱਲ ਨਹੀਂ ਰਹੀ ਖਲੀ। ਅੱਛਾ ਮੀਆਂ ਸਾਹਿਬ, ਜਿਹੜੀ ਮੈਂ ਬਾਕੀ ਨਾਲ ਗੱਲ ਕਰ ਰਿਹਾ, ਤੁਹਾਡੇ ਨਾਲ ਵੀ ਕਰਦਾ, ਬਾਕੀ ਦੋਸਤਾਂ ਨਾਲ ਵੀ ਕਰਦੇ ਹਾਂ, ਇਹ ਦੱਸੋ ਕਿ ਮਜਮੂਈ ਤੌਰ ਤੇ ਤੁਸੀਂ ਕੀ ਸਮਝਦੇ ਹੋ ਕਿ ਵਫਾਕੀ ਹੁਕੂਮਤ ਤੇ ਪੰਜਾਬ ਹੈ ਤੇ ਇੱਕੋ ਪਾਰਟੀ ਨੇ, ਚਾਚਾ ਭਤੀਜੀ ਦੀਆਂ, ਲੇਕਿਨ ਤੁਹਾਨੂੰ ਪਤਾ ਕਿ ਪਾਲਿਸੀਆਂ ਦੋਵਾਂ ਦੀਆਂ ਵੱਖਰੀਆਂ ਵੱਖਰੀਆਂ ਨੇ। ਪੰਜਾਬ ਹੁਕੂਮਤ ਨੂੰ ਕੀ ਕਰਨਾ ਚਾਹੀਦਾ ਜ਼ਰਾਅਤ ਵਾਸਤੇ? ਪੰਜਾਬ ਹੁਕੂਮਤ ਨੂੰ ਫੌਰੀ ਤੌਰ ਤੇ
ਜਿਹੜਾ ਜਹਾਜ਼ ਦਾ ਹੈ ਉਹ ਜਹਾਜ਼ ਵਾਪਸ ਕਰਕੇ 11 ਅਰਬ ਦੇ ਆਲੂ ਖਰੀਦਣੇ ਚਾਹੀਦੇ ਨੇ। ਜਿਹੜਾ ਮੱਕੀ ਦਾ ਬੀਜ ਹੈ ਉਹ ਕੰਪਨੀਆਂ ਨਾਲ ਗੱਲ ਕਰਕੇ ਬਿਲਕੁਲ ਉਹਨੂੰ ਅਵਲ ਤਾਂ ਫਰੀ ਦਿੱਤਾ ਜਾਵੇ, ਵਰਨਾ ਨਹੀਂ ਤਾਂ ਥੋੜੀ ਜੀ ਕੀਮਤ ਤੇ ਦਿੱਤਾ ਜਾਵੇ। ਔਰ ਫੌਰੀ ਤੌਰ ਤੇ ਡੀਜ਼ਲ ਜਿਹੜਾ ਉਹਦੀ ਸਬਸਿਡੀ ਕਿਸਾਨ ਨੂੰ ਦਿੱਤੀ ਜਾਵੇ। ਔਰ ਫੌਰੀ ਤੌਰ ਤੇ ਜਿਹੜੇ ਬਿੱਲ ਲੈਣ ਬਿਜਲੀ ਦੇ ਟਿਊਲਾਂ ਦੇ ਬਿੱਲ ਲੈਣ ਉਹ ਬਿਲਕੁਲ ਬਜਾਏ ਮੱਕੀ ਤੱਕ 3 ਮਹੀਨੇ 2 ਮਹੀਨੇ ਫਰੀ ਕਰ ਦਿੱਤੇ ਜਾਣ। ਤੇ ਕਿਸਾਨ ਨੂੰ ਕੋਈ ਸਟੈਂਡ ਜਿਹੜੇ ਠੇਕੇਦਾਰ ਹਨ ਉਹਨਾਂ ਨੂੰ ਮਾਲੀ ਮੁਆਵਨਤ ਕੀਤੀ ਜਾਵੇ, ਕਿਉਂਕਿ ਗਿਰਦਾਵਰੀਆਂ ਜੋ ਹਨ ਪਟਵਾਰੀ ਕੋਲ ਉਹਨਾਂ ਦੀ ਮੌਜੂਦ ਹਨ। ਔਰ ਇਸੇ ਤਰ੍ਹਾਂ ਕੋਈ ਕਿਸਾਨ ਸਟੈਂਡ ਕਰ ਸਕਦਾ। ਫਿਰ ਗੰਦਮ ਦੀ ਖਰੀਦਦਾਰੀ 100% ਯਕੀਨੀ ਉਹਨਾਂ ਦੀ ਫਸਲ ਤੋਂ ਉਠਾਈ ਜਾਵੇ ਤੇ ਫਿਰ ਕੋਈ ਨਾ ਕੋਈ ਕਿਸਾਨ ਸੇਵਲ। ਦੇਖੋ ਜੀ, ਕਿਸਾਨ ਦਾ ਕੰਮ ਤਾਂ ਮਿਹਨਤ ਕਰਨਾ ਜ਼ਮੀਨ ਹੈ, ਉਹਦੇ ਵਿੱਚੋਂ ਅੱਛੀ ਫਸਲ ਉਗਾਉਣਾ। ਜਦੋਂ ਅੱਛੀ ਫਸਲ ਵੀ ਜਿਹੜੇ ਬੱਚਾ ਸਮੈਤ ਉਗਾ ਲੈਂਦਾ ਹੈ ਉਹ ਫਿਰ ਦੁੱਧ ਤੱਕ ਮਿਹਨਤ ਕਰਦਾ ਹੈ ਤੇ ਦੁੱਧ ਵੀ ਅੰਗਰੇਜ਼ ਦੇ ਪਾਣੀ ਤੋਂ ਇੱਥੇ ਸਸਤਾ ਹੈ। ਇਹਦੇ ਕਿਸਾਨ ਦੀ ਕਿਸੇ ਚੀਜ਼ ਤੇ ਕੋਈ ਤਵੱਜੋ ਨਹੀਂ ਹਕੂਮਤ ਦੀ ਦਿੱਤੀ ਜਾ ਰਹੀ। ਔਰ ਇਹ ਹਕੂਮਤ ਆਪਣਾ ਬੁਰਾ ਕਰ ਰਹੀ ਹੈ, ਆਉਣ ਵਾਲੇ ਵਕਤ ਵਾਸਤੇ ਆਪਣੇ ਪੈਰਾਂ ਤੇ ਕੁਹਾੜੀ ਮਾਰ ਰਹੀ ਹੈ। ਕਿਸਾਨ ਨੂੰ ਕੁਰਸੀ ਨਾਲ ਤਲਕ ਨਹੀਂ, ਕਿਸਾਨ ਨੂੰ ਆਪਣੀ ਪਾਲਿਸੀ ਨਾਲ ਤਲਕ ਹੈ, ਜ਼ਰਾਅਤ ਦੀ ਪਾਲਿਸੀ ਨਾਲ ਤਲਕ ਹੈ। ਜਿਹੜੀ ਕਿ ਮੈਨੂੰ ਮੇਰੀ ਫਸਲ ਦਾ ਰੇਟ ਦਿਓ ਸਿਰਫ ਔਰ ਸਿਰਫ ਅਸੀਂ ਨੇ ਕੋਈ ਕਾਰਡ ਨਹੀਂ, ਕੋਈ ਸਬਸਿਡੀ ਨਹੀਂ, ਕੋਈ ਕੁਝ ਨਹੀਂ, ਸਭ ਡਰਾਮੇ ਹਨ। ਔਰ ਆਪਣੀ ਜ਼ਾਤੀ ਤਸ਼ਹੀਰ ਦੇ ਬਾਰੇ ਇਹ ਸਭ ਕੁਝ ਚੱਲ ਰਿਹਾ ਹੈ। ਇਹ ਸਾਰਾ ਕੁਝ ਖਤਮ ਕਰਨ ਔਰ ਸਿਰਫ ਜ਼ਰਾਅਤ ਦੀ ਪਾਲਿਸੀ ਦੇ ਕਿਸਾਨ ਦੀ ਫਸਲ ਦਾ ਰੇਟ ਹੋਵੇ ਔਰ ਜਿਹੜੀਆਂ ਉੱਤੇ ਚੀਜ਼ਾਂ ਲੱਗ ਮੀਆਂ ਸਾਹਿਬ ਕਿਸਾਨ ਕਾਰਡ ਦੀ ਤੁਸੀਂ ਗੱਲ ਕੀਤੀ ਹੈ। ਹੁਣ ਜਿਹੜੀ ਹਕੂਮਤ ਪੰਜਾਬ ਦਾ ਇਹ ਦਾਅਵਾ ਹੈ ਉਹ ਤੇ ਬੜੇ ਫਖਰ ਨਾਲ ਕਹਿੰਦੇ ਨੇ ਅਸੀਂ ਪਤਾ ਨਹੀਂ ਕਿੰਨੇ ਅਰਬ ਰੁਪਈਆ ਜਿਹੜਾ ਹੈ ਉਹ ਕਿਸਾਨ ਨੂੰ ਕਿਸਾਨ ਕਾਰਡ ਦੇ ਨਾਲ ਦਿੱਤਾ ਹੈ। ਤੇ ਕਿਆ ਕਿਤੇ ਨਾ ਕਿਤੇ ਤੇ ਕਿਸਾਨ ਕਾਰਡ ਦਾ ਕੋਈ ਫੈਸਲਾ ਹੋ ਰਿਹਾ ਫਾਇਦਾ ਹੋ ਰਿਹਾ ਹੋਏਗਾ ਨਾ? ਸਰ ਕੋਈ ਫੈਸਲਾ ਨਹੀਂ ਹੋ ਰਿਹਾ। ਉਹ ਵੀ ਕੁਝ ਨਾ ਕੋਈ ਉਹ ਜਦੋਂ ਮਿਲਦਾ ਹੈ ਉਹ ਮਿਲਦਾ ਸੀ ਡੀਲਰਾਂ ਕੋਲੋਂ। ਡੀਲਰ ਉਨੀ ਖਾਦ ਹੀ ਮਹਿੰਗੀ ਕਰ ਲੈਂਦੇ ਸਨ, ਯਾਨੀ ਜਿਹੜੀ 11,000 ਰੇਟ ਉਹ 15,000 ਨੂੰ ਦਿੰਦੇ ਸਨ ਉਹਦੇ ਤੇ। ਉਹ ਸਭ ਕਰਪਸ਼ਨ ਦਾ ਹੈ। ਔਰ ਫਿਰ ਜੇ ਕੋਈ ਕਿਸੇ ਨੂੰ ਮਿਲਦਾ ਵੀ ਹੈ ਤਾਂ ਕਰਜ਼ਾ ਹੈ। ਉਸ ਵਾਸਤੇ ਕਿਸਾਨ ਹੁੰਦੇ ਤਾਂ ਬਿਲਕੁਲ ਨਹੀਂ ਖੜਾ ਹੋ ਸਕਦਾ। ਜਿਹੜੀ ਟਰੈਕਟਰ ਸਕੀਮ ਹੈ 22,000 ਟਰੈਕਟਰ ਇਹਨਾਂ ਦਾ ਲੋਕਾਂ ਲਿਆ ਹੀ ਨਹੀਂ, ਉਹਨਾਂ ਕੋਲ ਪੈਸਾ ਹੀ ਨਹੀਂ। 10 ਲੱਖ ਸਸਤਾ ਟਰੈਕਟਰ ਜੀ, ਉਹਦੇ ਇੱਕ ਤੋਂ ਟਰੈਕਟਰ ਠੀਕ ਨਹੀਂ ਆ ਰਹੇ, ਫਿਰ ਅਗਰ ਆ ਹੀ ਰਹਿਣ ਤਾਂ ਕਿਸੇ ਕੋਲ ਪੈਸਾ ਹੀ ਨਹੀਂ। 22,000 ਟਰੈਕਟਰ ਇਹਨਾਂ ਦਾ ਉਹ ਵੀ ਖੜਾ ਹੈ, ਜਿੰਦਾ ਨਿਕਲਦਾ ਉਹ ਆਂਦਾ ਯਾਰ ਮੈਨੂੰ ਕੋਈ ਲੱਖ ਰੁਪਈਆ ਦੇਵੇ ਟਰੈਕਟਰ ਲੈ। ਤੁਸੀਂ ਗੱਲ ਕਰਨ ਚਾਹੁੰਦੇ ਹੋ? ਮੈਂ ਜੀ ਗੱਲ ਇਹ ਕਰਨਾ ਚਾਹੁੰਦਾ, ਮੈਂ 4 ਏਕੜ ਦੇ ਆਲੂ ਪੱਟ ਕੇ ਲਿਆਂਦੇ ਨੇ ਮੰਡੀ ਵਿੱਚ। ਮੇਰਾ 4 ਏਕੜ ਤੇ ਤਕਰੀਬਨ 7.5-8 ਲੱਖ ਰੁਪਏ ਖਰਚਾ। ਮੇਰੇ 1,30,000 ਰੁਪਏ ਦੇ ਆਲੂ ਹੋਏ ਨੇ। ਅੱਜ ਮੱਕੀ ਦਾ 1 ਏਕੜ ਦਾ ਬੀਜ ਨਹੀਂ ਆਉਂਦਾ, ਮੈਂ ਘਰੋਂ ਫੋਨ ਲੈ ਕੇ ਆਇਆ ਜਿਹੜੇ ਵੇਚ ਕੇ ਮੈਂ ਮੱਕੀ ਦਾ ਬੀਜ ਲਿਜਾਣਾ। ਇਹ ਸਾਡੇ ਕਿਸਾਨਾਂ ਦਾ ਹਾਲ ਹੋਇਆ ਪਿਆ। ਇੱਕ ਦੌਰ ਪਹਿਲੇ ਵੀ ਆਇਆ ਸੀ, ਸਾਡੇ ਵੜਕੇ ਦੱਸਦੇ ਨੇ ਕਿ ਉਦੋਂ ਬੀਬੀ ਬੇਨਜ਼ੀਰ ਨੇ ਕਿਸਾਨਾਂ ਕੋਲੋਂ ਆਲੂ ਖਰੀਦ ਕੇ ਸਮੁੰਦਰ ਨੂੰ ਮੱਛੀਆਂ ਨੂੰ ਪਾਏ ਸੀ। ਕਿ ਇਹ ਜਹਾਜ਼ ਖਰੀਦ ਸਕਦੇ ਨੇ, ਕਿਸਾਨਾਂ ਕੋਲ ਆਲੂ ਨਹੀਂ ਖਰੀਦ ਸਕਦੇ। ਆਲੂ ਖਰੀਦਣ ਕਿ ਮੱਛੀਆਂ ਨੂੰ ਪਾ ਦੇਣ, ਕਿਸਾਨਾਂ ਨੂੰ ਫ੍ਰੀ ਦੇ ਦੇਣ, ਕੁਛ ਨਾ ਕੁਛ ਤਾਂ ਹੈਲਪ ਕਰਨ। ਅਸੀਂ ਆਪਣੇ ਘਰ ਦੇ ਅੱਜ ਫੋਨ ਵੇਚਣ ਤੇ ਕੱਲ ਅਸੀਂ ਟਰੈਕਟਰ ਵੇਚਾਂਗੇ, ਗੱਡੀਆਂ ਵੇਚਾਂਗੇ, ਇਹਨਾਂ ਤੇ ਕਹਿਣਗੇ ਅਸੀਂ ਹੋਰ ਕੀ ਕਰੀਏ। ਅਸੀਂ ਸਭ ਨਾਲੋਂ ਜ਼ਿਆਦਾ ਇੱਥੇ ਨੂਨ ਲੀਗ ਦੇ ਨਾਅਰੇ ਮਾਰਦੇ ਸੀ, ਨੂਨ ਲੀਗ ਤਾਂ ਹਮੇਸ਼ਾ ਪੁਲਿਸ ਹੀ ਸਾਡੇ ਕਿਸਾਨ ਮਾਰ ਹੀ ਰਹੀ ਹੈ। ਅੱਜ ਅਸੀਂ ਇਹ ਫੋਨ ਵੇਚਣ, ਕੱਲ੍ਹ ਨੂੰ ਅਸੀਂ ਕੀ ਕਰਾਂਗੇ? ਸਾਡੇ ਕੋਲ ਤਾਂ ਹੋਰ ਆਪਸ਼ਨ ਹੀ ਕੋਈ ਨਹੀਂ ਵੇਚਣ ਵਾਸਤੇ, ਸਾਰਾ ਕੁਝ ਵੇਚ ਚੁੱਕੇ ਆ। ਪਹਿਲੇ ਸਾਨੂੰ ਮੱਕੀ ਨੇ ਮਾਰ ਦਿੱਤਾ, ਗੰਦਮ ਨੇ ਮਾਰਤਾ, ਹੁਣ ਆਲੂ ਨੇ ਮਾਰਤਾ, ਤੇ ਨੈਕਸਟ ਵੀ ਸਾਨੂੰ ਮੱਕੀ ਮਾਰ ਦੇਗੀ, ਤਾਂ ਫਿਰ ਅਸੀਂ ਇਹਦੇ ਬੱਚੇ ਮਾਰ ਦਈਏ। ਕੰਡੀਸ਼ਨ ਇੰਝ ਹੀ ਬਣੀ ਖਲੋਤੀ ਏ। ਆ ਤੁਹਾਡੇ ਸਾਹਮਣੇ ਸਾਡੇ ਨਾਲ ਚਲੋ, ਮੈਂ ਫੋਨ ਆ ਘਰਾਂ 'ਚ ਬੱਚਿਆਂ ਕੋਲ ਫੋਨ ਲੈ ਕੇ ਆਇਆ, ਇਹ ਤੋਂ ਭਾਂਜੇ ਕੋਲ ਫੋਨ ਲੈ, ਇਹ ਫੋਨ ਅੱਜ ਜਾ ਕੇ ਵੇਚਣੇ ਨੇ ਤੇ ਮੱਕੀਆਂ ਦਾ ਬੀਜ ਲਿਜਾਣੇ ਨੇ। ਸਹੀ ਹੈ। ਅੱਛਾ ਮੀਆਂ, ਜਿਸ ਤਰ੍ਹਾਂ ਕਿ ਭਾਈ ਸਾਹਿਬ ਦੱਸਦੇ ਪਏ ਨੇ ਕਿ ਹਾਲਾਤ ਇਸ ਹੱਦ ਤੱਕ ਖਰਾਬ ਹੋ ਚੁੱਕੇ ਹੋਏ ਨੇ ਕਿ ਲੋਕ ਆਪਣੇ ਘਰ ਦੀ ਸ਼ਾਵਾਂ ਜਿਹੜੀਆਂ ਨੇ ਵੇਚਦੇ ਪਏ ਨੇ ਆਪਣਾ ਭਰਮ ਰੱਖਣ ਵਾਸਤੇ ਤੇ ਬਾਕੀ। ਲੇਕਿਨ ਇਹ ਗੁਜ਼ਾਰਾ ਇਹ ਹਕੂਮਤ ਦੀਆਂ ਪਾਲਿਸੀਆਂ ਨਾਲ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ? ਪਹਿਲੇ ਤੁਸੀਂ ਗੱਲ ਕਰੋ, ਫਿਰ ਮੈਂ ਇਹਨਾਂ ਕੋਈ ਪੁੱਛਾਂਗਾ। ਬਿਲਕੁਲ ਨਹੀਂ ਗੁਜ਼ਾਰਾ ਹੈ ਚੱਲਣਾ। ਇਹ ਤਾਂ ਜਿਹੜਾ ਸਿਰਫ ਔਰ ਸਿਰਫ ਰਮਜ਼ਾਨ ਤੱਕ ਜਿਹੜਾ 10-15 ਦਿਨ, ਇਸ ਤੋਂ ਬਾਅਦ ਲੋਕ ਭੁੱਖੇ ਇੰਨੇ ਕਿਸਾਨ ਨਿਕਲੇ, ਕੋਈ ਰੋਡ ਨਹੀਂ ਖਾਲੀ ਰਹਿਣੇ। ਔਰ ਇਹਨਾਂ ਨੂੰ ਵਾਹਨਾਂ 'ਚ ਜਾ ਹੀ ਨਹੀਂ ਸਕਣਾ ਇਹਨਾਂ ਨੇ। ਔਰ ਇਹਨਾਂ ਨੂੰ ਇੰਨੀ ਪਰੇਸ਼ਾਨੀ ਹੋਣੀ, ਇਹ ਜਿਹੜਾ ਜਹਾਜ਼ ਇਹਨਾਂ ਲਿਆ ਇਹਨਾਂ ਆਪਣਾ ਨੱਸਣ ਵਾਸਤੇ ਲਿਆ। ਇਹ ਸਾਰੇ ਜੀ ਇਸ ਜਹਾਜ਼ 'ਚ ਬੈਠਣਗੇ ਔਰ ਫੌਰੀ ਤੌਰ ਨੱਸ ਜਾਣਗੇ। ਇਹਨਾਂ ਨੂੰ ਕੋਈ ਵੀਜ਼ੇ ਦੀ ਲੋੜ ਨਹੀਂ ਹੋਣੀ, ਕੋਈ ਨਹੀਂ। ਜਦੋਂ ਕਿਸਾਨਾਂ ਨੇ ਹੁਣ ਕਿਸਾਨ ਡਰਦਾ ਨਹੀਂ ਹੁੰਦਾ, ਇਹ ਭੁੱਲ ਜਾਣ ਨਾ। ਡਾਂਗ ਸੋਟੇ ਪਹਿਲੇ ਬੜੇ ਉਹ ਚਲਾਉਂਦਾ, ਰਾਤ ਨੂੰ ਜਿਹੜਾ ਸੱਪਾਂ ਦੇ ਸਿਰ ਤੇ ਪੈਰ ਰੱਖ ਸਕਦਾ ਹੈ ਔਰ ਜਿਹੜੇ ਜੰਗਲੀ ਜਾਨਵਰਾਂ ਤੋਂ ਨਹੀਂ ਡਰਦਾ, ਉਹ ਕਿਵੇਂ ਇਹਨਾਂ ਤੋਂ ਡਰ ਜਾਏਗਾ? ਕਿਸਾਨ ਨਹੀਂ ਡਰਦਾ, ਕਿਸਾਨ ਗੈਰਤਮੰਦ ਹੈ ਔਰ ਅੱਲਾਹ ਤੇ ਤਕਵਾ ਰੱਖਣ ਵਾਲਾ ਹੈ। ਲੇਕਿਨ ਹੁਣ ਮੁਕੰਮਲ ਤੌਰ ਉਹਨੇ ਸੋਚ ਲਿਆ ਕਿ ਹਕੂਮਤ ਮੇਰੀ ਦੁਸ਼ਮਣ ਹੈ, ਇਹ ਪਾਕਿਸਤਾਨ ਦੀ ਦੁਸ਼ਮਣ ਹੈ, ਪਾਕਿਸਤਾਨ ਦੇ ਕਿਸਾਨ ਦੀ ਰੋਜ਼ੀ ਦੀ ਦੁਸ਼ਮਣ ਹੈ, ਇੰਡਸਟਰੀਆਂ ਦੀ ਦੁਸ਼ਮਣ ਹੈ। ਅੱਜ ਬਿਜਲੀ ਵੇਖੋ, ਬਿਜਲੀ ਦੀ ਖਪਤ 50%
10% ਰਹਿ ਗਈ ਹੈ। ਸਾਰੀਆਂ ਇੰਡਸਟਰੀਆਂ ਗਈਆਂ ਚਲੀਆਂ ਸੋਲਰ ਤੇ, ਟਿਊਬਲ ਸੋਲਰ ਤੇ ਚਲੇ ਗਏ, ਸਭ ਕੁਝ ਸੋਲਰ ਤੇ ਚੱਲ ਰਿਹਾ ਹੈ। ਲੇਕਿਨ ਇਹ ਅਜੇ ਤੱਕ 92 ਕੰਪਨੀਆਂ ਸਾਡਾ ਆਰਾਮ ਪੈਸਾ ਬਿੱਲਾਂ ਦਾ ਲੈ ਕੇ, ਔਰ ਸਾਡੇ ਤੇ ਕੀ ਹੈ, ਰੇਂਜਰ ਲਾ ਦਿੱਤੀ ਗਈ। ਰੇਂਜਰ ਲਾ ਜ਼ੁਲਮ ਵੇਖੋ ਕਿ ਰੇਂਜਰ ਲਾਤੀ ਕਿਸਾਨਾਂ ਨੂੰ ਪੈਸੇ ਵਿਗਾੜੋ, ਔਰ ਰੇਂਜਰ ਆ ਕੇ ਬੇਇੱਜ਼ਤ ਕਰ ਰਹੀ ਸੀ ਸ਼ਰੀਫ ਕਿਸਾਨਾਂ ਨੂੰ, ਔਰ ਉਹਨਾਂ ਕੋ ਪੈਸੇ ਨੱਕ ਪੈਸੇ ਝੂਠੇ ਬਿੱਲ ਉਗਾੜਨ ਤੇ ਲੱਗੇ। ਇਹ ਫੌਰੀ ਤੌਰ ਆਪਣੀ 92 ਕੰਪਨੀਆਂ ਖਤਮ ਕਿਉਂ ਨਹੀਂ ਕਰਦੇ? ਆਈਪੀਪੀ ਖਤਮ ਕਰਨ ਮੁਲਕ ਤਾਂ ਬਿਜਲੀ ਦੀ ਖਤਮ ਜ਼ਰੂਰਤ ਹੀ ਘਟ ਗਈ ਹੈ। ਇਹਨਾਂ ਦੇ ਗ੍ਰਿਡਾਂ ਦੀ ਰੀਡਿੰਗ ਲਓ, ਇਹਨਾਂ ਦੀ ਗ੍ਰਿਡਾਂ ਦੀ ਰੀਡਿੰਗ ਹੀ ਨਹੀਂ ਆ ਰਹੀ, ਕਿਉਂਕਿ ਹੁਣ ਸਾਰੇ ਸੋਲਰ ਵਾਲੇ ਤਰਲਾ ਮਾਰ ਕੇ ਆਪਣੀਆਂ ਚੀਜ਼ਾਂ ਵੇਚ ਕੇ ਚਲੇ ਗਏ। ਇਸ ਦੇ ਬਾਵਜੂਦ ਆਈਪੀਪੀ ਨੂੰ ਇਹਨਾਂ ਨੇ ਉਹ ਲੁੱਟਣ ਮਾਰ ਸ਼ੁਰੂ ਕੀਤਾ।